Good morning, students. In our previous lectures, we discussed about anemia, anemia type, microcytic anemia, and macrocytic anemia. Today, we are going to discuss about non-microcytic anemia. In non-microcytic anemia, anemia with pregnancy, multivitamins B6 and B12 deficiency anemia, and sickle cell anemia. The first one is to the anemia with pregnancy, anemia in pregnancy. It is defined as to the hemoglobin concentrations less than of to the 0.5 dl and to the hematocrit falls of less than of to the 30%. ਦੇ ਵਿੱਚ ਕੀ ਹੈ ਕਿ ਨਾਰਮਲ ਜਿਹੜਾ ਹੀਮੋਗਲੋਬਿਨਸ ਲੈਵਲਸ ਆ ਉਹਦੇ ਨਾਲੋਂ ਡਾਊਨ ਹੋ ਜਾਣਾ ਜਿਹੜਾ ਨਾਰਮਲ ਹੀਮੋਗਲੋਬਿਨਸ ਦਾ ਜਾਂ ਫਿਰ ਜਿਹੜੀ ਕੀ ਆ ਆਰਬੀਸੀ ਦੀ ਵੋਲੀਅਮ ਆ ਜਿਹੜੀ ਹੈਮੇਟੋਕ੍ਰਿਟ ਜਿਹੜੀ ਕਿ ਉਹ ਡਾਊਨ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਅਸੀਂ ਕੀ ਕਹਿੰਦੇ ਆ ਕਿ ਇਹ ਜਿਹੜਾ ਕੀ ਆ ਇਨਫਲੇਮੇਟਰੀ ਪ੍ਰੋਸੈਸ ਹੈ ਜਿਹੜਾ ਹੀਮੋਗਲੋਬਿਨ ਉਹ ਰਿਡਿਊਸ ਹੋ ਜਾਂਦਾ ਔਰ ਪੇਸ਼ੈਂਟਸ ਨੂੰ ਕੀ ਹੈ ਪ੍ਰੈਗਨੈਂਸੀ ਦੇ ਟਾਈਮ ਅਨੀਮੀਆ ਵਾ ਜਿਹੜਾ ਉਹ ਹੋ ਜਾਂਦਾ Anemia during to the pregnancy and the breastfeeding is the 30% and to the that is the problem into the journals areas the particular intubation period ਲਿਆ ਹੋਇਆ ਜਿਹਦੇ ਵਿੱਚ ਕੀ ਹੈ ਕਿ incidence rate ਕਿੰਨੀ ਆ ਰਹੀ ਹੈ ਤੇ ਕਿੰਨੇ ਤੋਂ ਕਿੰਨੇ ਟਾਈਮਿੰਗ ਦੇ ਵਿੱਚ the normal degree mild to moderate and severe ਹੁੰਦੀ ਹੈ 18 to 10 ਗ੍ਰਾਮ ਹੈ ਜਿਹੜਾ percentage ਕੀ ਉਹਦੇ ਵਿੱਚ ਕੀ ਆ mild ਦੇ ਵਿੱਚ ਨੇ ਉਹ ਜਿਹੜਾ ਕੀ ਆ patient ਨੂੰ anemia ਹੈ moderate ਦੇ ਵਿੱਚ below the of the 8 ਗ੍ਰਾਮ ਤੋਂ ਹੈ ਜੇ ਔਰ ਸੀਵੀਅਰ ਦੀ ਕੰਡੀਸ਼ਨਸ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਜੇ ਮਦਰ ਦਾ ਹੀਮੋਗਲੋਬਿਨਸ ਲੈਵਲ ਹੈ ਜਿਹੜਾ ਉਹ 7 ਗ੍ਰਾਮ ਪਰ ਡੈਸੀਲੀਟਰ ਤੋਂ ਡਾਊਨ ਰਹਿ ਜਾਂਦਾ that is the very critical condition. Causes of and predisposing risk factor of to the pregnancy anemia. ਲੋ ਆਇਰਨ ਇਨਟੇਕ ਜੇ ਨਾਰਮਲੀ ਡਾਈਟ ਦੇ ਵਿੱਚ ਜਿਹੜੀ ਕੀ ਹੈ ਫੀਮੇਲ ਆ ਉਹ ਆਇਰਨ ਦੀ ਇਨਟੇਕ ਹੈ ਜਿਹੜੀ ਉਹ ਘੱਟ ਲੈ ਰਹੀ ਆ ਜਾਂ ਫਿਰ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਨੋਜ਼ੀਆ ਐਂਡ ਵੋਮਿਟਿੰਗ ਹੈ ਜਿਹਦੇ ਕਰਕੇ ਜਿਹੜੇ ਫੂਡ ਪਾਰਟੀਕਲਸ ਨੇ ਉਹ ਪ੍ਰੋਪਰਲੀ ਅਬਜ਼ਰਬ ਨਹੀਂ ਹੋ ਪਾਉਂਦੇ ਔਰ ਜਿਹਦੇ ਕਰਕੇ ਕੀ ਆ ਉਹਨੂੰ ਨਿਊਟਰੀਐਂਟ ਪ੍ਰੋਪਰ ਅਮਾਊਂਟ ਦੇ ਵਿੱਚ ਵਾ ਨਹੀਂ ਮਿਲ ਰਿਹਾ ਆਇਰਨ ਜਿਹਦੇ ਕਰਕੇ ਫਰਦਰ ਉਸ ਦੀ ਆਰਬੀਸੀ ਦੀ ਪ੍ਰੋਡਕਸ਼ਨਸ ਨਹੀਂ ਨਾਰਮਲ ਹੋ ਰਹੀ ਔਰ ਪੇਸ਼ੈਂਟ ਨੂੰ ਅਨੀਮੀਆ ਹੋ ਰਿਹਾ ਇਨਕਰੀਜ਼ ਡਿਮਾਂਡ ਹੈਵੀ ਮੀਨਸ ਹਾਈ ਪਾਰਟੀ ਨੈਕਸਟ ਕੀ ਦਾ ਬਲੀਡਿੰਗ hemorrhoids ਜਾਂ ਤਾਂ ਪੇਸ਼ੈਂਟਸ ਨੂੰ ਕੀ ਆ ਹਾਈ ਪ੍ਰਾਇੋਰਟੀ ਦੇ ਵਿੱਚ ਕਹਿੰਦਾ ਕਿ ਮੋਰ ਦੈਨ ਆਫ ਦਾ 20 ਵੀਕਸ ਆਫ ਦਾ ਪ੍ਰੈਗਨੈਂਸੀ ਮੀਨਸ ਜਿੱਦਾਂ ਜਿੱਦਾਂ ਉਹਦੀ ਪ੍ਰੈਗਨੈਂਸੀ ਐਕਸਟੈਂਡ ਹੁੰਦੀ ਜਾਂਦੀ ਹੈ ਉਦਾਂ ਉਦਾਂ ਉਹਦੀ ਬੋਡੀ ਦੀ ਡਿਮਾਂਡਸ ਆ ਜਿਹੜੀ ਉਹ ਵੱਧਦੀ ਜਾਂਦੀ ਆ ਹੈਵੀ ਮੈਨਸ ਲਾਈਕ ਦੈਟ ਕੀ ਹੋ ਗਿਆ ਕਿ ਬੇਬੀ ਪ੍ਰੈਗਨੈਂਟ ਹੈਗੀ ਹੈ ਕਿ ਉਹਦਾ ਬੋਡੀ ਸਟਰਕਚਰਸ ਦੇ ਅਕੋਰਡਿੰਗ ਔਰ ਸੈਕੰਡ ਵਨ ਇਜ਼ ਕੀ ਹੋ ਗਿਆ ਕਿ ਉਹਦੀ ਜਿਹੜੀ ਪ੍ਰੈਗਨੈਂਸੀ ਹੈ ਉਹਦੇ ਤੇ ਡਿਪੈਂਡ ਕਰਦਾ ਟਵਿਨਸ ਹੈ ਸਿੰਗਲ ਹੈ ਸੋ ਮੀਨਸ ਉਹਦੇ ਤੇ ਅਕੋਰਡਿੰਗ ਉਹਦੀ ਡਿਮਾਂਡ ਹੈ ਜਿਹੜੀ ਬੋਡੀ ਦੀ ਆਇਰਨ ਦੀ ਆ ਉਹ ਕਿੰਨੀ ਕੁ ਡਿਪੈਂਡੈਂਟ ਕਰਦੀ ਹੈ ਜਾਂ ਪੇਸ਼ੈਂਟ ਨੂੰ ਬਲੀਡਿੰਗ ਹੈਮਰੋਇਡ ਹੈ ਡਿਊਰਿੰਗ ਟੂ ਦਾ ਜੋ ਹੈਮਰੋਇਡ ਹੋਣ ਕਰਕੇ ਪੇਸ਼ੈਂਟਸ ਦੇ ਵਿੱਚ ਕੀ ਬਲੀਡਿੰਗ ਲਾਸ ਹੁੰਦੀ ਹੈ ਸੋ ਜਿਹਦੇ ਕਰਕੇ ਕੀ ਉਹਦੇ ਵਿੱਚ ਡੈਫੀਸ਼ੀਐਂਸੀ ਆਉਂਦੀ ਹੈ inadequate absorptions and utilizations of the iron food that have been to the store inhibiting effect of the iron absorptions tea coffee egg calcium rich foods etc ਜਿਹੜੇ ਹੁਣ ਜਿਹੜੇ ਕੀ ਆ abnormal dietary pattern ਕਰਕੇ ਕੀ ਆ food ਹੈ ਜਿਹੜਾ properly calcium ਨੂੰ absorb ਨਹੀਂ ਕਰਵਾ ਰਿਹਾ ਜਿਹਦੇ ਕਰਕੇ ਕੀ ਆ inhibits ਜਿਹੜੀ ਕੀ ਉਹਦੀ absorption ਹੋਣ ਕਰਕੇ ਉਹਨੂੰ anemia ਹੋ ਰਿਹਾ like that ਕੀ habits ਹੋਣੀਆਂ ਕਿ diet ਦੇ ਨਾਲ ਹੀ tea ਲੈ ਲਈ ਜਾਂ coffee ਲੈ ਲਈ ਸੋ ਉਹਦੇ ਨਾਲ ਕੀ ਜਿਹੜੀ food ਦੇ ਵਿੱਚ components ਗਏ ਨੇ ਉਹ ਕੀ ਆ properly absorb ਨਹੀਂ ਕਰ ਪਾਉਂਦੇ ਤੇ ਜਿਹਦੇ ਕਰਕੇ full body ਨੂੰ nutrients ਨੇ ਉਹ ਅਵੇਲੇਬਲਸ ਨਹੀਂ ਹੁੰਦੇ ਮਾਲ ਅਬਜ਼ਰਪਸ਼ਨ ਸਿੰਡਰੋਮਸ ਨੇ ਜਿਹਦੇ ਵਿੱਚ ਕੀ ਆ ਮਾਲ ਅਬਜ਼ਰਪਸ਼ਨਸ ਮੀਨਸ ਕੀ ਆ ਉਹਦੇ ਜਿਹੜੇ ਨਿਊਟ੍ਰੀਐਂਟਸ ਨੇ ਉਹਨੂੰ ਮਾਲ ਅਬਜ਼ਰਬਡ ਹੋ ਰਹੇ ਨੇ ਜਿਹਦੇ ਕਰਕੇ ਪ੍ਰੋਪਰਲੀ ਉਹਨੂੰ ਡਾਈਟ ਹੈ ਜਿਹੜੀ ਮਿਲਦੀ ਨਹੀਂ ਹੈਗੀ decrease the HCl level HCl ਇਸ ਕੀ ਆ ਹਾਈਡਰੋਕਲੋਰਾਈਨ ਐਸਿਡ ਹੈ ਜਿਹੜਾ ਕਿ ਲੀਵਰ ਦੇ ਦੁਆਰਾ ਪ੍ਰੋਡਿਊਸ ਸਟਮਕ ਦੇ ਦੁਆਰਾ ਪ੍ਰੋਡਿਊਸ ਹੁੰਦਾ ਜਿਹੜਾ ਕਿ ਡਿਕਰੀਜ਼ ਹੋ ਜਾਂਦਾ ਜਿਹਦੇ ਨਾਲ ਕੀ ਹੈ ਕਿ ਆਇਰਨ ਦੀ ਜਿਹੜੀ ਅਬਜ਼ਰਪਸ਼ਨ ਹੈ ਉਹ ਡਿਕਰੀਜ਼ ਹੋ ਜਾਂਦੀ ਹੈ increasing iron requirement increasing demand for growing fetus placenta ਹੁਣ ਬੋਡੀ ਦੇ ਵਿੱਚ fetus ਹੈ ਫੀਮੇਲ ਦੀ ਔਰ ਨੈਕਸਟ ਵਨ ਕੀ ਹੈ placenta ਦੀ growth ਦੇ ਅਕੋਰਡਿੰਗ ਜਿਹੜੀ ਉਹਦੀ ਡਿਮਾਂਡ ਆ ਉਹ ਵੱਧ ਚੁੱਕੀ ਆ ਸੋ ਉਹ ਡਿਮਾਂਡ ਜੇ ਪੂਰੀ ਨਹੀਂ ਹੋ ਰਹੀ ਤਾਂ ਪੇਸ਼ੈਂਟਸ ਨੂੰ ਅਨੀਮੀਆ ਹੋ ਰਿਹਾ ਲੋ ਇੰਟਰਨਲਸ between first and the second pregnancy ਜਿਹੜਾ ਦੋਨਾਂ ਦੇ ਵਿਚਕਾਰ ਮੀਨਸ ਕਿ ਉਹਦੀ ਪਹਿਲਾਂ ਜਿਹੜੀ ਪ੍ਰੈਗਨੈਂਸੀ ਹੋਈ ਆ ਤੇ ਹੁਣ ਜਿਹੜੀ ਪਹਿਲਾਂ ਉਹਦੀ ਡਿਲੀਵਰੀ ਹੋਈ ਆ ਤੇ ਹੁਣ ਉਹਦੀ ਜਿਹੜੀ ਪ੍ਰੈਗਨੈਂਸੀ ਆ ਉਹਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਆ ਉਹ ਘੱਟ ਆ ਉਹ ਕੀ ਆ ਪ੍ਰੈਗਨੈਂਸੀ ਅਨੀਮੀਆ ਨੂੰ ਲੀਡ ਕਰਦਾ ਇਫੈਕਟ ਆਫ ਅਨੀਮੀਆ ਔਨ ਦਾ ਪ੍ਰੈਗਨੈਂਸੀ ਦਾ ਇਫੈਕਟ ਕੀ ਪੈਂਦਾ
ਮਦਰ ਤੇ ਕੀ ਇਫੈਕਟ ਪੈਂਦੇ ਨੇ ਅਨੀਮੀਆ ਜੇ ਡਿਊਰਿੰਗ ਪ੍ਰੈਗਨੈਂਸੀ ਹੈ। ਫਸਟ ਵਨ ਇਜ਼ ਟੂ ਦਾ eruptions placenta may be is associated with the maternal anemia। eruptions placenta ਕੀ ਹੁੰਦਾ ਹੈ ਕਿ ਜਿਹੜਾ placenta normally ਕੀ ਹੈ ਫੰਡਸ ਦੇ ਉੱਪਰ ਲਾਈ ਕੀਤਾ ਹੁੰਦਾ ਯੂਟਰਸ ਦੇ ਨਾਲ ਇੰਪੈਕਟ ਹੋਇਆ ਹੁੰਦਾ ਤੇ ਉਦੋਂ ਨੀਚੇ ਬੇਬੀ ਦੀ ਪ੍ਰੈਜੈਂਟੇਸ਼ਨ ਹੁੰਦੀ ਆ ਬਟ eruption placenta ਦੇ ਵਿੱਚ ਕੀ ਹੈ placenta ਜਿਹੜਾ ਕੀ ਆ ਉਹ ਸੈਪਰੇਟ ਹੋ ਕੇ ਯੂਟਰਸ ਤੋਂ ਸ਼ਰਿੰਕ ਹੋ ਕੇ ਕੀ ਹੈ ਲੋਅਰ ਪੋਰਸ਼ਨਸ ਆਫ ਦਾ ਯੂਟਰਸ ਨੀਅਰ ਆਫ ਦਾ ਸਰਵਿਕਸ ਏਰੀਆ ਤੇ ਆਇਆ ਹੁੰਦਾ ਜਿਹਦੇ ਕਰਕੇ ਉਹ ਸਰਵਿਕਸ ਏਰੀਆ ਨੂੰ ਪਾਰਸ਼ਲੀ ਕੰਪਲੀਟਲੀ ਡਿਗਰੀ ਦੇ ਅਕੋਰਡਿੰਗ ਉਸ ਨੂੰ ਕਵਰ ਕਰ ਲੈਂਦਾ। ਦੈਨ ਮੈਟਰਨਲ ਅਨੀਮੀਆ ਦਾ ਮੇਨ ਸਾਈਡ ਇਫੈਕਟ। ਨੈਕਸਟ ਇਜ਼ ਹਾਈ ਰਿਸਕ ਆਫ ਦਾ PPH ਪੋਸਟਪਾਰਟਮ ਹੈਮਰੇਜ ਆਫਟਰ ਡਿਲੀਵਰੀ ਤੋਂ ਬਾਅਦ ਜੋ ਜਿਹੜੀ ਕੀ ਹੈ PPH ਪੇਸ਼ੈਂਟ ਨੂੰ ਹੋ ਸਕਦੀ ਹੈ। ਨੈਕਸਟ ਇਜ਼ ਹਾਈ ਰਿਸਕ ਆਫ ਇਨਫੈਕਸ਼ਨਸ ਪਰਪਿਊਰਲ ਸੈਪਸਿਸ ਪਰਪਿਊਰਲ ਪੈਰੀਨੀਅਲ ਏਰੀਆ ਦੇ ਵਿੱਚ ਕੀ ਹੈ ਪੇਸ਼ੈਂਟ ਨੂੰ ਇਨਫੈਕਸ਼ਨਸ ਹੋ ਸਕਦਾ ਆਫਟਰ ਡਿਲੀਵਰੀ। Poor lactation is often is to the consequences of the anemia means ਕਿ ਮਿਲਕ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਘੱਟ ਹੋਏਗੀ during effect of the anemia. High risk of developing the shock and health if HCGs occur during to the childbirth and potential threat of the life ਜਿਹਦੇ ਵਿੱਚ ਕੀ ਹੈ ਪੇਸ਼ੈਂਟਸ ਨੂੰ ਹਾਰਟ ਡਿਸੀਜ਼ ਹੋ ਸਕਦੀਆਂ ਨੇ ਜਿਹੜੀਆਂ ਕੀ ਹੈ ਪੇਸ਼ੈਂਟਸ ਦੇ ਵਿੱਚ ਕੀ ਹੈ ਜੇ ਹੈਮੋਰੇਜਿਕ ਗੈਸਟ੍ਰੋਇੰਟਾਈਟਿਸ ਜਾਂ ਫਿਰ ਸਡਨਲੀ ਪੇਸ਼ੈਂਟਸ ਨੂੰ ਵੋਮਿਟਿੰਗ ਹੈ ਡਿਊਰਿੰਗ ਆਫ ਦਾ ਜਾਂ ਬਲੱਡੀ ਡਾਇਰੀਆ ਹੋ ਗਿਆ ਡਿਊਰਿੰਗ ਟੂ ਦਾ ਪ੍ਰੈਗਨੈਂਸੀ ਜਾਂ ਚਾਈਲਡ ਬਰਥ ਦੇ ਟਾਈਮ ਪੇਸ਼ੈਂਟਸ ਨੂੰ ਬਲੀਡਿੰਗ ਜਿਹੜੀ ਹੈ ਜ਼ਿਆਦਾ ਹੋ ਰਹੀ ਹੈ ਸੋ ਪੇਸ਼ੈਂਟਸ ਦੇ ਵਿੱਚ ਸ਼ੌਕ ਔਰ ਡੈਥ ਦੇ ਜਿਹੜੇ ਚਾਂਸਸ ਨੇ ਉਹ ਬਣ ਸਕਦੇ ਆ। ਰਿਡਿਊਸ ਦਾ ਇੰਜੋਇਮੈਂਟ ਆਫ ਪ੍ਰੈਗਨੈਂਸੀ ਐਂਡ ਮਦਰ ਹੋਪ ਆਫ ਟੂ ਬੀ ਫਟੀਕ ਜਿਹੜੀ ਮਦਰਸ ਦੀਆਂ ਮੂਵਮੈਂਟਸ ਨੇ ਜਿਹੜੀਆਂ ਉਹ ਇੰਜੋਇਮੈਂਟ ਕਰਨਾ ਉਹਨੇ ਆਪਣੇ ਪ੍ਰੈਗਨੈਂਸੀ ਪੀਰੀਅਡ ਨੂੰ ਉਹ ਉਸ ਨੂੰ ਇੰਜੋਏ ਨਹੀਂ ਕਰ ਪਾਉਂਦੀ ਬਿਕਾਜ਼ ਜਿਹੜਾ ਕੀ ਆ ਉਹਦੇ ਚ ਵੀਕਨੈਸ ਲੈਵਲ ਆ ਉਹ ਹਾਇਰ ਹੋਏਗਾ ਤੇ ਉਹਦੇ ਜਿਹੜਾ ਫਟੀਕ ਲੈਵਲ ਆ ਉਹ ਇਨਕਰੀਜ਼ ਹੋਇਆ ਹੋਏਗਾ। ਫੀਟਲ ਦੇ ਵਿੱਚ ਕੀ ਇਫੈਕਟ ਪੈਂਦੇ ਆ ਜੇ ਮਦਰ ਹੈ ਜਿਹੜੀ ਉਹਨੂੰ ਡਿਊਰਿੰਗ ਪ੍ਰੈਗਨੈਂਸੀ ਅਨੀਮੀਆ। Increase of stillbirth neonatal death if the maternal HB is decreased 8%। ਜੇ ਉਹਦਾ ਜਿਹੜਾ HB ਆ ਉਹ 8 ਡਿਗਰੀ ਤੋਂ ਵੀ ਬਿਲੋ ਹੈਗਾ ਤਾਂ ਉਹਦੇ ਵਿੱਚ maternal death means ਕੀ ਆ death neonatal means ਕੀ ਆ ਡੈਥ ਹੋ ਸਕਦੀ ਹੈ ਬੇਬੀ ਦੀ ਜਿਵੇਂ ਹੀ ਬੇਬੀ ਬੋਰਨ ਹੁੰਦਾ ਉਦਾਂ ਹੀ ਉਹਦੀ ਡੈਥ ਹੋ ਜਾਏਗੀ ਜਿਹਦੇ ਵਿੱਚ neonatal period ਦੇ ਵਿੱਚ during to the weakness and poor development of the fetus। Increase incidences of preterm labor before the normal gestational period ਤੋਂ ਪਹਿਲਾਂ ਜਿਹੜੀ ਡਿਲੀਵਰੀ ਹੋ ਜਾਣੀ ਆ। Increase the incidence of to the IUGR means ਕੀ ਆ intrauterine growth restrictions means fetus ਦੀ ਜਿਹੜੀ growth ਹੈ ਉਹ uterus ਦੇ ਵਿੱਚ properly ਨਹੀਂ ਹੋਏਗੀ। uterus ਹੈ ਜਿਹੜੀ ਉਹ ਆਪਣੇ according to the month ਉਹਦਾ ਜਿਹੜਾ fundus ਹੈ ਉਹਦਾ pregnancy ਦਾ ਉਨਾ size ਨਹੀਂ ਜਾਏਗਾ ਜਿਹਦੇ ਕਰਕੇ ਕੀ ਹੈ ਬੇਬੀ ਹੈ ਜਿਹੜਾ fully develop ਨਹੀਂ ਹੋਏਗਾ ਔਰ hypoxia patients ਦੇ ਜਿਹੜੇ tissues ਨੇ ਜਾਂ ਫਿਰ placenta ਵਾ properly ਉਸ ਨੂੰ oxygen ਨਹੀਂ ਮਿਲੇਗੀ ਔਰ ਬੇਬੀ ਨੂੰ ਵੀ properly oxygen ਆ nutrient ਆ ਜਿਹੜੇ ਨਹੀਂ ਮਿਲਣਗੇ। Nurses role in the assessment of the women with the anemia in pregnancy ਹੁਣ ਜਦੋਂ ਉਹ antenatal checkup ਦੇ ਲਈ ਆਉਂਦੀ ਹੈ ਤਾਂ nurses responsibility ਹੈ ਕਿ ਉਹਨੇ anemia ਨੂੰ focus ਕਰਨਾ during to the pregnancy। First one history taking and the any of the predisposing factor patient ਨੂੰ ਪਹਿਲਾਂ ਕੋਈ reason ਹੋਇਆ ਸੀ ਪਹਿਲਾਂ ਹੀ ਉਹਨੂੰ without pregnancy ਉਹਨੂੰ anemia ਸੀ ਜਾਂ ਉਹਨੂੰ ਕੋਈ problem ਆਈ ਸੀ ਜਾਂ previous pregnancy 'ਚ ਕੋਈ problem ਸੀ properly ਜਿਹੜੀ history ਹੈ ਉਹ ਲੈਣੀ ਆ। Symptom of anemia cardiovascular system ਦੇ ਵਿੱਚ ਉਹਦਾ palpitations ਦੇ ਉੱਤੇ ਇਫੈਕਟ ਪੈ ਰਿਹਾ ਜਾਂ ਨਹੀਂ ਪੈ ਰਿਹਾ ਇਹ ਚੀਜ਼ ਨੂੰ ਨੋਟਿਸ ਕਰਨਾ। ਸੈਂਟਰਲ ਨਰਵਸ ਸਿਸਟਮ ਦੇ ਵਿੱਚ ਪੇਸ਼ੈਂਟ ਨੂੰ ਹੈਡੇਕ ਰਹਿੰਦੀ ਹੈ ਵਿਜ਼ੂਅਲ ਡਿਸਟਰਬੈਂਸ ਆ ਰਹੀ ਹੈ ਵੀਕਨੈਸ ਆ ਰਹੀ ਹੈ ਫਟੀਗੇਬਿਲਿਟੀ ਆ ਰਹੀ ਹੈ ਐਂਡ ਡਰੋਜ਼ੀਨੈਸ ਆ ਪੇਸ਼ੈਂਟ ਦੇ ਵਿੱਚ ਜੇ ਕੋਈ ਇਦਾਂ ਦੇ ਸਿੰਪਟਮਸ ਦੇ ਰਹੇ ਨੇ ਤਾਂ ਦੈਟ ਇਜ਼ ਮੀਨ ਸੈਂਟਰਲ ਨਰਵਸ ਸਿਸਟਮ ਦੇ ਵਿੱਚ ਆਬਜ਼ਰਵੇਸ਼ਨਸ ਕਰਨੀਆਂ। ਨੈਕਸਟ ਵਨ ਦਾ ਰੈਸਪੀਰੇਟਰੀ ਸਿਸਟਮ ਦੇ ਵਿੱਚ ਬ੍ਰੈਥਲੈਸਨੈਸ ਪੇਸ਼ੈਂਟਸ ਨੂੰ ਡਿਫਿਕਲਟੀ ਹੋ ਰਹੀ ਹੈ। GI ਸਿਸਟਮ ਦੇ ਵਿੱਚ ਗੈਸਟ੍ਰੋਇੰਟੇਸਟਾਈਨਲ ਸਿਸਟਮ ਦੇ ਵਿੱਚ ਐਨੋਰੈਕਸੀਆ ਨੋਜ਼ੀਆ ਪੇਸ਼ੈਂਟਸ ਨੂੰ ਐਕਸੈਸਿਵ ਵੋਮਿਟਿੰਗ ਹੈ। ਨੈਕਸਟ ਦਾ ਜੈਨੇਟੋ ਯੂਰੀਨਰੀ ਸਿਸਟਮ ਪਲੱਸ ਐਂਡ ਟੂ ਦਾ ਰਿਪਰੋਡਕਟਿਵ ਆਰਗਨਸ ਦੇ ਵਿੱਚ ਕੀ ਆ ਲਾਸ ਆਫ ਦਾ ਲਿਬਿਡੋ ਪੇਸ਼ੈਂਟਸ ਦੀ ਜਿਹੜੀ ਲਿਬਿਡੋ ਆ ਉਹ ਰਿਡਿਊਸ ਹੋ ਗਈ ਆ। ਕੰਜੈਕਟਿਵਲ ਪਾਲਸ ਮੀਨਸ ਜਿਹੜੀ ਆਈਸ ਦਾ ਕਲਰ ਆ ਉਹ ਕੀ ਆ ਯੈਲੋਇਸ਼ ਹੋਊਗਾ। ਫਿਜ਼ੀਕਲ ਐਗਜ਼ਾਮੀਨੇਸ਼ਨਸ ਜਨਰਲ ਐਗਜ਼ਾਮੀਨੇਸ਼ਨ pallor of the skin and the mucus of the membranes and tachycardia and tiredness patients tight ਰਹੇਗਾ patients ਦੀ heart rate ਆ ਜਿਹੜੀ ਉਹ increased ਹੋਈ ਹੋਏਗੀ and ਕੀ ਆ mucous membranes ਆ ਜਿਹੜੀ ਉਹ ਕੀ ਆ ਉਹਦੇ ਵਿੱਚ ਕੀ ਆ pallid colors ਦੇ
आई होएगी। एबडोमिनल एग्जामिनेशन फंडेड हाइट लैस दैन अप टू द गैस्टेशनल एज, जिन्नी ओहदी गैस्टेशनल एज होएगी उन्नी ओहदी जिहड़ी यूट्रस आ उन्नी डिवेलप नहीं होई होएगी, ओहदी जिहड़ी फंडस तो पता चलेगा कि ओहदी जिहड़ी गैस्टेशनल एज है लाइक दैट टू द कि ओह बिलो हैगी आ। नैक्सट इज द इन्वेस्टिगेशन लैबोरेटरी इन्वेस्टिगेशन, जिहदे विच पता चलेगा HB दा लैवल कितना है, RBC किद्दां ने, नॉर्मल्स उन्हां दी है ते उन्हां दे मीन सैल वॉल्यूम काउंट है ओह किन्नी है। लैबोरेटरी फर्दर की है CBC एंड RBC, ठीक है, ਉਹਦੇ ਵਿੱਚ ਪ੍ਰੋਪਰਲੀ ਹੈ ਜਿਹੜੇ ਕੀ ਆ ਕੰਪਲੀਟ ਬਲੱਡ ਕਾਊਂਟ ਹੈ ਜਿਹੜਾ ਕੀ ਹੈ ਰੈੱਡ ਬਲੱਡ ਕਾਊਂਟ, ਇਹਨਾਂ ਦੋਨਾਂ ਦੀ ਵੋਲਿਊਮਸ ਨੂੰ ਆਬਜ਼ਰਵ ਕੀਤਾ ਜਾਏਗਾ। HB ਹੈ ਉਹ ਕਿੰਨੇ ਲੈਵਲ ਹੈ, ਕਿਸ ਤੋਂ ਵੱਧ ਹੈ ਜਾਂ ਘੱਟ ਹੈ, ਨਾਰਮਲੀ 10.5 ਗ੍ਰਾਮ ਪਰ DL ਦਾ ਜਿਹੜਾ ਕੀ ਹੈ ਮਿਨੀਮਮ ਹੈ ਉਹ ਪ੍ਰੈਗਨੈਂਸੀ ਦੇ ਵਿੱਚ ਹੋਣਾ ਚਾਹੀਦਾ, ਮੋਰ ਦੈਨ ਆਫ ਦਾ 10.5 ਤੋਂ ਜਿਹੜਾ ਕੀ ਹੈ ਉਹਦੇ ਵਿੱਚ ਹੋਣਾ ਚਾਹੀਦਾ ਬਲੱਡ। RBC ਦੀ ਕੰਸਨਟ੍ਰੇਸ਼ਨ ਹੈ ਜਿਹੜੀ 5 multiplied by 10 या उनसे 6 that is the millimeter तो above होनी चाहिए। next is the hypochromic and microcytic ਜਿਹੜਾ ਕੀ ਆ ਉਹਦੇ ਵਿੱਚ find out ਹੋਊਗਾ। for microcytic ਦੇ ਵਿੱਚ ਕੀ ਸੀਗਾ ਕਿ ਜਿਹੜੇ ਕੀ ਆ ਉਹਨਾਂ ਦੀਆਂ abnormal ਹੈ ਜਿਹੜੀ ਆਇਰਨ ਦੀ ਡੈਫੀਸ਼ੀਐਂਸੀ ਹੋਣ ਕਰਕੇ ਜਿਹਦੇ ਕਰਕੇ ਕੀ ਆ ਅਨੀਮੀਆ ਵਾ ਜਿਹੜਾ ਉਹ ਡਿਵੈਲਪ ਹੋ ਰਿਹਾ ਸੀ। नॉर्मल आयरन रिक्वायरमेंट, पेशेंट ਨੂੰ नॉर्मल आयरन है ਜਿਹੜੀ ਉਹ ਕਿੰਨੀ ਰਿਕੁਆयर्ड है। Iron requirement of the normal pregnancy is 1 gram that the 200 mg is excreted and 300 is transferred to the fetus, 500 mg need for the mother। so ਇਹਦੇ ਕਰਕੇ ਅਸੀਂ ਉਹਨੂੰ according to the aging period of the mother ਅਸੀਂ ਉਸ ਨੂੰ ਉਤਨੀ ਜਿਹੜੀ ਡਾਈਟ ਪਲਾਨ ਹੈ ਉਹਦੇ ਅਕੋਰਡਿੰਗ ਅਸੀਂ ਉਸ ਨੂੰ ਜਿਹੜੀ ਕੀ ਇਹਦੀ ਡੋਜ਼ ਹੈ ਜਿਹੜੀ ਪ੍ਰਿਸਕ੍ਰਾਈਬਡ ਕਰ ਸਕਦੇ ਹਾਂ। ਟੋਟਲ ਵੋਲੀਅਮ ਆਫ ਦਾ RBC into the 4.5 ml, ਇਹਦੇ ਵਿੱਚ ਕੀ ਹੈ ਕਿ ਨਾਰਮਲੀ ਹੈ ਕਿ RBC ਹੈ ਜਿਹੜਾ ਉਹ 450 ਤੋਂ ml ਤੋਂ ਰਿਡਿਊਸ ਨਹੀਂ ਹੋਣਾ ਚਾਹੀਦਾ ਤੇ ਨਾਰਮਲ ਰੇਸ਼ੋ ਹੈਗੀ 150 ਤੋਂ ਲੈ ਕੇ 450 ਤੱਕ। ਤਾਂ ਉਹਦੇ ਅਕੋਰਡਿੰਗ ਕੀ ਹੈ ਕਿ ਜੇ ਅਸੀਂ ਬਾਏ ਦਾ ਮੈਥਡ ਦੇਖੀਏ ਤਾਂ ਸਾਨੂੰ ਕਿੰਨੀ ਆਇਰਨ ਚਾਹੀਦੀ ਆ ਪਰ RBC ਦੀ ਮੀਨ ਸੈਲ ਵੋਲੀਅਮ ਦੇ ਅਕੋਰਡਿੰਗ ਤਾਂ ਸਾਨੂੰ 1.1 ਗ੍ਰਾਮ ਹੈ ਜਿਹੜੀ ਚਾਹੀਦੀ ਹੈ। ਸੋ ਉਸ ਦੇ ਅਕੋਰਡਿੰਗ ਅਸੀਂ ਪੇਸ਼ੈਂਟਸ ਨੂੰ 500 mg ਹੈ ਜਿਹੜੀ ਉਹ ਰეკਮੈਂਡਡ ਕਰਾਂਗੇ। daily average of to the 5 to 6 mg is the per day। blood film properly blood culture होएगा, properly blood the components होंगे observe किए जाएंगे। reticulocystic count, reticulocystic count ਦੇ ਵਿੱਚ ਕੀ ਸੀਗਾ immature red blood cells ਜਿਹੜੇ ਕਿ red blood cells ਨੇ ਉਹ immature develop ਹੋ ਰਹੇ ਨੇ, synthesis ਦਾ ਜਿਹੜਾ nucleus ਹੈ ਉਹ properly mature ਨਹੀਂ ਹੋ ਰਿਹਾ, ਸੋ ਉਹਦੇ ਕਰਕੇ anemia ਆ ਰਿਹਾ ਜਾਂ thickness of the ਜਿਹੜਾ red blood cell ਆ ਉਹਦੇ ਕਰਕੇ ਆ ਰਿਹਾ ਜਾਂ ਜਿਹੜਾ ਕੀ ਹੈ ਜਿਹੜਾ ਸੈੱਲ ਵਾ ਉਹਦੇ ਵਿੱਚ ਕੀ properly ਜਿਹੜੇ ਕੀ ਆ ਉਹਦੀ develop ਨਹੀਂ ਹੋ ਰਿਹਾ। cirrhosis filtrate level ਜਿਹਦੇ ਵਿੱਚ ਕੀ ਆ cirrhosis फेरिटियंस लैवल ਦੇ ਵਿੱਚ ਅਸੀਂ ਕੀ ਹੈ ਇਹਦਾ ਨਾਰਮਲ ਲੈਵਲ ਹੈ ਜਿਹੜਾ 12 to 300 mg ਤੱਕ ਹੁੰਦਾ। ng ਮੀਨਸ ਕੀ ਹੁੰਦਾ ਨੈਨੋਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਹੁੰਦਾ, ਜਿਹਦੇ ਵਿੱਚ ਕੀ ਅਸੀਂ ਆਬਜ਼ਰਵੇਸ਼ਨਸ ਕਰਦੇ ਹਾਂ ml ਤੇ ਜਿਹਦੇ ਵਿੱਚ ਅਸੀਂ ਕੀ ਹੈ ਪ੍ਰੋਵਾਈਡ observe ਕਰਦੇ ਹਾਂ ਤੇ ਮੈਡੀਕੇਸ਼ਨ ਆ ਪ੍ਰੀਵੈਂਟਡ ਆਫ ਟੂ ਦਾ ਡੋਜ਼ਸ ਜਿਹਦੇ ਵਿੱਚ ਅਸੀਂ ਕੀ ਹੈ ਇਹਨੂੰ ਇਨਹੈਂਸ ਕਰਕੇ ਜਿਹੜੀ ਕਿ ਉਹਦੀ ਡਿਸੀਜ਼ ਕੰਡੀਸ਼ਨ ਜਿਹੜੀ ਡਿਵੈਲਪ ਹੋ ਰਹੀ ਹੈ ਉਸ ਨੂੰ ਪ੍ਰੀਵੈਂਟ ਕਰ ਸਕਦੇ ਹਾਂ। ਅਲਟਰਾਸਾਊਂਡ ਦੇ ਨਾਲ ਅਸੀਂ ਗੈਸਟੇਸ਼ਨਲ ਏਜ, ਪਲੇਸੈਂਟਲ ਸਾਈਟ, ਅਮਾਊਂਟ ਆਫ ਦਾ ਲਿਕੁਇਡ ਐਂਡ ਅਮਨਿਓਟਿਕ ਫਲੂਇਡ, ਐਨੀ ਕੰਜੈਨਿਟਲ ਫੀਟਲ ਮਾਲਫਾਰਮੇਸ਼ਨ ਜਾਂ ਉਹਦੀ ਮਾਲ ਪ੍ਰੈਜੈਂਟੇਸ਼ਨ ਜਾਂ ਫਿਰ ਬੱਚੇ ਦੀ ਗਰੋਥ ਕੋਈ ਵੀ ਅਬਨੋਰਮੈਲਿਟੀ ਹੈ ਜਿਹੜੀ ਅਸੀਂ ਉਸ ਨੂੰ observe ਕਰ ਸਕਦੇ ਹਾਂ। Normal hemoglobin by to the gestational age in the pregnant women taking iron supplement ਹੁਣ ਕੀ 12 week, 24 and 14 week of the pregnancy, that is the normal ਜਿਹੜੀ ਕੀ ਉਹਦੇ ਵਿੱਚ iron take ਹੈ 12.2, 11.6 and 12.6 ਦੇ behalf ਤੇ ਉਹ ਜਿਹੜਾ ਕਿ ਉਹਦਾ normal hemoglobin level ਹੈ ਜਿਹੜਾ ਉਹ ਹੋਣਾ ਚਾਹੀਦਾ। means 12.2 average ਹੈ, ਇਹਦੇ ਵਿੱਚ 11 to 13 ਤੱਕ normal ਹੈ। interventions in the pregnancy women's with the anemia ਹੁਣ ਉਹਦੇ ਵਿੱਚ ਕੀ ਆ ਪ੍ਰੋਲੈਕਟਿਕ ਦੇ ਵਿੱਚ ਕੀ ਹੁੰਦਾ ਕਿ ਮੈਡੀਕੇਸ਼ਨਸ ਨੇ ਜਿਹੜੀਆਂ ਅਸੀਂ ਉਸ ਨੂੰ ਪ੍ਰੋਵਾਈਡ ਕਰਵਾਉਂਦੇ ਆ ਜਿਹੜੀਆਂ ਕੀ ਆ ਅਨੀਮੀਆ ਨੂੰ ਪ੍ਰੀਵੈਂਟ ਕਰਦੀਆਂ ਨੇ। ਇਹਦੇ ਵਿੱਚ ਫੀਰਸ ਸਲਫੇਟ ਵਾਲੀਆਂ ਮੈਡੀਕੇਸ਼ਨਸ ਹੁੰਦੀਆਂ, ਫੀਰਸ ਸਲਫੇਟਡ ਮੈਡੀਕੇਸ਼ਨਸ ਹੁੰਦੀਆਂ ਨੇ ਜਿਹੜੀਆਂ ਕਿ ਡਾਇਰੈਕਟਲੀ ਆਇਰਨ ਹੈ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਸੈੱਲ ਦੀ ਨਾਰਮਲ ਗਰੋਥ ਆ ਉਹ ਵੀ ਹੋਵੇ, ਪਲੱਸ ਕੀ ਆ ਪੇਸ਼ੈਂਟਸ ਨੂੰ ਇਹ ਨਿਊਟ੍ਰੀਸ਼ਨਲ ਡਾਈਟ ਕਰਕੇ ਕੀ ਆ ਆਇਰਨ ਡੈਫੀਸ਼ੀਐਂਸੀ ਹੋ ਰਹੀ ਹੈ ਤਾਂ ਉਹ ਰਿਡਿਊਸ ਹੋ ਜਾਵੇ। ਇੰਪੋਰਟੈਂਸ ਆਫ ਦਾ ਐਂਟੀਨੇਟਲ ਵਿਜ਼ਿਟ, ਫਸਟ ਇਹਦੇ ਲਈ ਐਂਟੀਨੇਟਲ ਵਿਜ਼ਿਟ ਤੇ ਪ੍ਰੋਪਰ ਹਿਸਟਰੀ ਹੈ ਜਿਹੜੀ ਉਹ ਹੋਣੀ ਜ਼ਰੂਰੀ ਹੈ। ਇਨਕਰੇਜ ਦਾ ਅਟੈਂਸ਼ਨ ਟੂ ਦਾ ਸ਼ਡਿਊਲ ਐਂਟੀਨੇਟਲ ਵਿਜ਼ਿਟ ਐਂਡ ਐਕਸਪਲੇਨ ਦਾ ਇੰਪੋਰਟੈਂਸ ਐਂਡ ਪ੍ਰੀਵੈਂਟਿੰਗ ਐਂਡ ਟ੍ਰੀਟਿੰਗ ਦਾ ਅਨੀਮੀਆ ਇਨ ਪ੍ਰੈਗਨੈਂਸੀ। ਪੇਸ਼ੈਂਟਸ ਨੂੰ ਅਸੀਂ ਇਨਫੋਰਮ ਕਰਨਾ ਹੈ ਕਿ ਉਹਨੂੰ ਐਕਸਪਲੇਨ ਕਰਨਾ ਮੈਥਡ ਕਿ ਜਿਹੜਾ ਐਂਟੀਨੇਟਲ ਵਿਜ਼ਿਟ ਆ ਉਹਨੇ ਕੰਟੀਨਿਊ ਕਰਨਾ, ਉਹਨੂੰ ਸਕਿਪ ਨਹੀਂ ਕਰਨਾ ਤੇ ਉਹਦੇ ਵਿੱਚ ਜਿਹੜਾ ਪ੍ਰੈਗਨੈਂਸੀ ਦੇ ਟਾਈਮ ਜਿਹੜਾ ਅਨੀਮੀਆ ਉਹ ਕਿੰਨਾ ਕੰਸੈਂਸ਼ਨਲ ਹੈ ਉਸ ਨੂੰ ਕਿਉਰ ਕਰਨਾ।
Educate the mothers regarding to the sources of food rich into the iron and folic acid and seafood, fruits, meat, egg and green vegetable. ਅਸੀਂ diet plan patients ਨੂੰ prescribe ਕਰ ਸਕਦੇ ਹਾਂ during to the antenatal period. ਸੋ ਜਿਹਦੇ ਵਿੱਚ ਕੀ ਉਹਦੇ properly nutrients cover ਹੋਣਗੇ plus ਉਹਨੂੰ ਕੀ ਆ iron special ਜਿਹੜੀ ਆ diet plan ਨੂੰ ਅਸੀਂ ਉਸਨੂੰ prescribe ਕਰਾਂਗੇ. Advice to avoid to the poor eating habits make into the enhances of iron absorption such as fruit, vegetable with and vitamin C. ਹੁਣ ਉਹਦੇ ਵਿੱਚ ਕੀ ਆ avoid ਕਰਨਾ ਉਹਨੇ ਕੀ ਆ poor eating habits like that ਕੀ ਆ vitamin C ਆ normally immunity booster ਹੈ normally without any doctor recommended vitamin C ਦੀ excessive intake ਕੀ ਕਰਦੀ ਹੈ ਕਿ ਜਿਹੜੇ synthesis ਨੇ iron ਦੀ absorptions ਨੂੰ ਵਧਾ ਦਿੰਦੀ ਹੈ ਜਿਹਦੇ ਕਰਕੇ red blood cells ਨੇ ਜਿਹੜੇ ਉਹ ਕੀ ਆ thickening ਵੀ ਹੋ ਜਾਂਦੀ ਹੈ ਸੋ ਇਸ ਕਰਕੇ ਕੀ ਆ ਕਿ ਜਿਹੜੀਆਂ poor eating habits ਨੇ ਉਹਨਾਂ ਸਾਰੀਆਂ ਨੂੰ ਕੀ ਆ prevent ਕਰਨਾ. Iron supplements is very important during to the pregnancy. Iron supplement है ਜਿਹੜੀ ਉਹ very important है during to the pregnancy. It is should be emphasizing and all the antenatal visits ਸਾਰੀਆਂ antenatal visits ਲਈ ਬਹੁਤ ਜ਼ਰੂਰੀ ਹੈ. Treatment proleptic ਦੇ ਵਿੱਚ supplementally Fe and to the element Fe with the folic acids. Fe ਦਾ ਮਤਲਬ ਹੀ ਹੈਗਾ ferrous sulfate ਜਿਹੜਾ ਕਿ ਨਿਕਨੇਮ ਉਹਦਾ ਕੈਮੀਕਲਸ ਨੇਮ ਹੈ ਜਿਹਦੇ ਵਿੱਚ ਅਸੀਂ ਕਹਾਂਗੇ ਕਿ ਉਹਨੂੰ ਆਇਰਨ ਪ੍ਰਿਸਕ੍ਰਾਈਬ ਕੀਤੀ ਜਾ ਸਕਦੀ ਹੈ. ਕਿਊਰੇਟਿਵ ਜਦੋਂ ਅਸੀਂ ਉਸ ਨੂੰ ਪ੍ਰੀਵੈਂਟਿਵ ਟ੍ਰੀਟਮੈਂਟ ਤੋਂ ਅੱਗੇ ਅਸੀਂ ਉਸ ਨੂੰ ਕਿਉਰ ਕਰਨਾ ਕਿ ਉਹਨੂੰ ਫਾਈਂਡ ਆਊਟ ਹੋ ਗਿਆ ਕਿ ਐਨੀਮੀਆ ਹੈ ਤਾਂ ਅਸੀਂ ਉਸ ਨੂੰ ਫਿਰਟਿਕ ਆਇਰਨ ਸਲਫੇਟ plus to the ferrous sulfate medication ਹੈ ਜਿਹੜੀ ਉਹਨੂੰ 3 ਟਾਈਮ ਆਫ ਦਾ ਡੇ ਡੇਲੀ ਦੇ ਲੈਵਲ ਤੇ ਦੇਵਾਂਗੇ ਤਾਂ ਕਿ ਜਿਹੜੀ ਉਹਦੇ ਨਾਲ ਕਿਉਰ ਹੈ ਜਿਹੜਾ ਹੋ ਸਕੇ. WHO recommended of the iron supplement of to the any pregnant women according to the WHO guidelines on pregnant women should be given to the standard dose of the iron and to the floate tablet 30 mg iron plus 400 mg folic acid per day है ਜਿਹੜੀ ਉਹਨੇ ਲੈਣੀ ਆ every day for to the women with the normal iron store from to the 6 month during pregnancy and continuous postpartum ਜਿੰਨਾ ਚਿਰ ਉਹਨੇ pregnancy ਹੈ pregnant delivery and to ਜਿੰਨਾ ਚਿਰ ਤੇ ਉਹਦਾ postpartum period ਚੱਲਦਾ ਉਹਦੇ ਵਿੱਚ ਉਹਨੇ iron ਹੈ ਜਿਹੜਾ ਲਗਾਤਾਰ ਉਹ consume ਕਰਨਾ. Avoid iron supplement during the first trimester and given after the nausea subsides means ਕਿ ਜਦੋਂ ਪੇਸ਼ੈਂਟਸ ਨੂੰ nausea vomiting ਹੈ ਉਦੋਂ ਉਹਨੇ first trimester ਦੇ ਵਿੱਚ ਮੇਨਲੀ ਹੁੰਦਾ ਹੈ ਤਾਂ ਉਹਦੇ ਕਰਕੇ ਕੀ ਉਸਨੇ ਉਸ ਚੀਜ਼ ਦੇ ਵਿੱਚ ਟਾਈਮ ਕੀ ਆ ਉਹ ਅਵੋਇਡ ਕਰਨਾ. Curative and management of the anemia. Curative ਹੈ ਤੇ ਉਹਦੇ ਵਿੱਚ ਕੇਅਰ ਕਿਹੜੀ ਆ oral supplement ਹੈ ferrous sulfate ਦੇਵਾਂਗੇ parenteral iron therapy प्रोवाइड करवा सकते हैं. when diagnosis late in pregnancy malabsorptions हो रही है gastric intolerance of to the oral iron ਜੇ ਅਸੀਂ ਉਹਨੂੰ orally medications ਦਿੰਨੇ ਆ iron ਦੀ ਤਾਂ ਉਹ intolerance ਆ means patient ਨੂੰ vomit ਆ ਜਾਂਦੀ ਆ ਤਾਂ ਅਸੀਂ ਉਸ ਨੂੰ ਕੀ ਆ IV ਦੇ ਸਕਦੇ ਆ iron. blood transfusion ਕਰਨ ਦੀ ਲੋੜ ਪੈ ਸਕਦੀ ਹੈ if the near of the labor period or the cesarean section. so ਇਸ ਕਰਕੇ patients ਦੇ ਵਿੱਚ ਜਿਹਦੇ ਕਰਕੇ time wastes ਕਰਨ ਤੋਂ ਪਹਿਲਾਂ ਕੀ ਹੈ blood transfusions करना essential है. During blood transfusions monitor to the uterine activity and FM and FHHR. That is means कि है कि जो blood transfusion जेड़ा करवाया जाएगा before of the surgery या before of the delivery in the severe anemia then की है fetal movements, fetal heart rate properly monitor ਕੀਤੀ ਜਾਣੀ ਚਾਹੀਦੀ ਹੈ. FM is the fetal movements and FHR is the fetal heart rate properly ਹੈ ਜਿਹੜੀ ਕੀ ਹੈ monitor ਕਰਨੀ ਹੈ during to the blood transfusion. Next one is to the pulse routine observation. ਜਿਹੜੀ pulse ਆ ਉਹਨੂੰ routinely ਅਸੀਂ ਕੀ ਆ observe ਕਰਦੇ ਰਹਿਣਾ. Natal and the postnatal care. Assess the HB prior of to the delivery. Give blood if HB decrease and prevent the infection. Ensure adequate hydrations. Practice an active management of the third stage of the labor. Advised to seek the contraceptions mean कि contractions mean ਜਿਹਦੇ ਕਰਕੇ uterus ਦੀਆਂ ਜਿਹੜੀਆਂ contractions ਨੇ ਉਹਨੂੰ properly ਕਰਨਾ. active management of the third stage ਦਾ labor ਨੂੰ ਉਹਨੂੰ properly observe ਕਰਨਾ. Next one is to the sickle cell anemia. Sickle cell anemia ਦੇ ਵਿੱਚ क्या inherited disorder caused by the abnormal HB in the blood and abnormal shape lead to hypoxia, dehydrations and infection and fatigue and crisis. ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਸਿਕਲ ਸੈਲ ਅਨੀਮੀਆ ਕੀ ਹੁੰਦਾ ਕਿ ਜਿਹੜਾ ਨਾਰਮਲ RBC ਹੈ ਉਹ ਰਾਉਂਡ ਸ਼ੇਪ ਦੇ ਵਿੱਚ ਸੈੱਲ ਹੈ ਜਿਹੜਾ ਡਿਵੈਲਪ ਹੋਇਆ ਹੁੰਦਾ. ਇਨ ਸਿਕਲ ਸੈਲ ਅਨੀਮੀਆ ਜਿਹੜਾ ਸੈੱਲ ਵਾ ਉਹ ਪ੍ਰੋਪਰਲੀ ਡਿਵੈਲਪ ਨਹੀਂ ਹੁੰਦਾ. ਇਹਦੇ ਵਿੱਚ ਮੂਨ ਲਾਈਕ ਸ਼ੇਪ ਆ ਜਿਹੜਾ ਉਹ ਜਿਹੜਾ ਸੈੱਲ ਦਾ ਸਟਰਕਚਰ ਹੁੰਦਾ. ਇਫੈਕਟ ਔਨ ਦਾ ਪ੍ਰੈਗਨੈਂਸੀ ਤੇ ਇਹ ਇਫੈਕਟ ਕਰਦਾ. ਇਫੈਕਟ ਔਨ ਦਾ organ and the placenta. blockage of the vessels in
in organs, blockage of the placenta, circulation occurrence lead to the fetal death and increase risk of the absorptions। ਇਹਦੇ ਵਿੱਚ ਕੀ ਹੈ ਕਿ ਜਦੋਂ ਇਹ ਸਰਕੂਲੇਟ ਕਰਦਾ ਤੇ ਇਹ ਪ੍ਰੋਪਰਲੀ ਹੈ ਜਿਹੜਾ ਸੈੱਲ ਡਿਵੈਲਪ ਨਹੀਂ ਹੋਇਆ ਹੁੰਦਾ, RBC ਪ੍ਰੋਪਰਲੀ ਰਾਊਂਡ ਸ਼ੇਪ 'ਚ ਨਹੀਂ ਬਣਿਆ ਹੁੰਦਾ, ਤਾਂ ਉਹ ਕੀ ਆ ਆਕਸੀਜਨ ਨੂੰ ਸਰਕੂਲੇਟ ਨਹੀਂ ਕਰਦਾ, ਜਿਹਦੇ ਕਰਕੇ ਹਾਈਪੋਕਸੀਆ ਹੋਣ ਕਰਕੇ ਫੀਟਲ ਡੈਥ ਆ ਜਿਹੜੀ ਉਹ ਹੋ ਸਕਦੀ ਆ। This is the sickle cell abnormal structure। Management: blood transfusion to maintain the hematocrit increasing 30%। hematocrit ਕੀ ਆ, that is the volume RBC into the blood। ਇਹਦੇ ਵਿੱਚ ਅਸੀਂ increase ਕਰਦੇ ਆ ਕਿ RBC ਦੀ ਜਿਹੜੀ productions ਹੈ ਉਹ ਕਿ ਇਹਦੇ ਬਲੱਡ ਦੇ ਵਿੱਚ ਕਿੰਨੀ ਹੈ। ਤੇ ਹੁਣ RBC ਦੀ ਜਦੋਂ ਪ੍ਰੋਡਕਸ਼ਨਸ ਹੋਏਗੀ DNA ਸਿੰਥੇਸਿਸ ਦੇ ਨਾਲ, ਤਾਂ ਉਹਦੇ ਨਾਲ ਕੀ ਹੈ ਇਹਨੂੰ ਇਨਕਰੀਜ਼ ਕਰਨ ਦੇ ਨਾਲ ਇਸ ਨੂੰ ਕਿਉਰ ਕੀਤਾ ਜਾ ਸਕਦਾ ਹੈ। ਮੈਨੇਜਮੈਂਟ ਡਿਊਰਿੰਗ ਟੂ ਦਾ ਲੇਬਰ ਟਾਈਮ ਦੇ ਵਿੱਚ ਕੀ ਆ, O2 ਸਪਲੀਮੈਂਟ ਪੇਸ਼ੈਂਟ ਨੂੰ ਕੀ ਹੈ ਡਿਊਰਿੰਗ, ਇਹਦੇ ਕਰਕੇ ਮੇਨ ਹਾਈਪੋਕਸੀਆ ਹੋ ਰਿਹਾ, ਸੋ ਇਸ ਕਰਕੇ ਪੇਸ਼ੈਂਟਸ ਨੂੰ O2 ਦੀ ਸਪਲਾਈ ਹੈ ਜਿਹੜੀ ਉਹ ਮਸਟ ਹੈ। ਨੈਕਸਟ IV ਫਲੂਇਡ ਸਰਕੂਲੇਸ਼ਨ ਲਈ ਚਾਹੀਦਾ, ਫੀਟਲ ਮੋਨੀਟਰਿੰਗ ਨੂੰ ਪ੍ਰੋਪਰਲੀ ਓਬਜ਼ਰਵ ਕਰਨਾ, ਤੇ ਪੇਸ਼ੈਂਟਸ ਨੂੰ ਐਂਟੀਬਾਇਓਟਿਕ ਦੇਣੇ ਆ ਜੇ ਇਫ ਕੀ ਆ ਸਿਜ਼ੇਰੀਅਨ ਸੈਕਸ਼ਨ ਦਾ ਜਿਹੜਾ ਉਹਦੇ ਨਾਲ ਬਰਥ ਹੋਇਆ, ਟੂ ਪ੍ਰੀਵੈਂਸ਼ਨਸ ਆਫ ਦਾ ਇਨਫੈਕਸ਼ਨ। Effects on pregnancy: increase incidence of absorptions, prematurity, IUGR, intrauterine growth restricted and fetal loss। may be ਇਹਦੇ ਵਿੱਚ ਕੀ ਇਫੈਕਟ ਕੀ ਹੋ ਸਕਦਾ, ਜਾਂ ਤਾਂ ਬੇਬੀ ਹੈ ਜਿਹੜਾ ਉਹਦਾ ਸਪੋਟੇਨੀਅਸ ਕਿਸੇ ਵੀ ਫਾਰਮ ਦੇ ਵਿੱਚ ਅਬੋਰਸ਼ਨ ਹੋ ਸਕਦਾ ਹੈ। ਨੈਕਸਟ ਵਨ ਕੀ ਹੈ, ਜਿਹੜੀ ਮਦਰ ਅਬੋਰਸ਼ਨ ਹੋ ਗਿਆ, ਬੇਬੀ ਕੀ ਡੈਥ ਹੋ ਗਈ। ਨੈਕਸਟ ਪ੍ਰੀ ਮੈਚਿਓਰਿਟੀ ਹੈ, ਜਾਂ ਤਾਂ ਫਿਰ ਬੇਬੀ ਕੀ ਆ ਉਹਦੇ ਵਿੱਚ ਪ੍ਰੀ ਮੈਚਿਓਰ ਜਿਹੜਾ ਬੇਬੀ ਹੈ ਉਹ ਬਰਥ ਹੋ ਜਾਏਗਾ। ਨੈਕਸਟ ਵਨ ਕੀ ਹੈ ਕਿ ਗਰੋਥ ਯੂਟਰਸ ਦੇ ਵਿੱਚ ਕੀ ਹੈ ਰਿਸਟ੍ਰਿਕਟਡ ਹੋ ਚੁੱਕੀ ਔਰ ਬੇਬੀ ਕਿਹੜਾ ਫੁੱਲੀ ਡਿਵੈਲਪ ਨਹੀਂ ਹੋਏਗਾ। ਨੈਕਸਟ ਇਜ਼ ਦਾ ਫੀਟਲ ਲਾਸ ਜਾਂ ਫਿਰ ਫੀਟਲ ਦੀ ਡੈਥ ਹੋ ਚੁੱਕੀ ਇਨ ਦਾ ਯੂਟਰਸ। Next to the perinatal mortality rate is high। prenatal means ਕੀ ਆ, ਮਦਰ ਦੀ ਜਿਹੜੀ mortality rate ਆ ਉਹ during to the labor time ਜਿਹੜੀ ਕੀ ਆ ਉਹ ਹਾਇਰ ਹੋ ਜਾਂਦੀ ਹੈ normal process ਦੇ ਨਾਲੋਂ। Incidence of the pre-eclampsia, postpartum hemorrhage and infections increase। Incidence pre-eclampsia ਕੀ ਹੁੰਦਾ ਕਿ during pregnancy ਹੈ ਜਿਹੜਾ ਇੱਕ ਰਿਸਕੀ ਫਾਰਮ ਦੇ ਵਿੱਚ ਪ੍ਰੈਗਨੈਂਸੀ ਹੁੰਦੀ ਹੈ ਜਿਹਦੇ ਵਿੱਚ ਨਾਰਮਲ ਹੈ ਜਿਹੜਾ BP ਹੈ ਹਾਈ ਬਲੱਡ ਪ੍ਰੈਸ਼ਰ ਹੈ ਪੇਸ਼ੈਂਟ ਦਾ ਹੋ ਜਾਂਦਾ। ਪੋਸਟਮਾਰਟਮ ਹੈਮਰੇਜ ਮੀਨਸ ਕੀ ਆ, ਆਫਟਰ ਡਿਲੀਵਰੀ ਹੈ ਜਿਹੜਾ ਪੋਸਟਮਾਰਟਮ ਪੀਰੀਅਡ ਲੌਂਗ ਹੋ ਜਾਂਦਾ ਜਾਂ ਫਿਰ ਪੇਸ਼ੈਂਟਸ ਨੂੰ ਕੀ ਆ ਹੈਵੀ ਬਲੀਡਿੰਗ ਹੈ ਜਿਹਦੇ ਕਰਕੇ ਜਿਹੜੀ ਮਦਰ ਹੈ ਇਨ ਦਾ ਸ਼ੌਕ ਹੋ ਸਕਦੀ ਹੈ ਜਾਂ ਉਹਨੂੰ ਕੀ ਹੈ ਕ੍ਰਿਟੀਕਲ ਸੀਵੀਅਰ ਅਨੀਮੀਆ ਹੋ ਸਕਦਾ, ਜਾਂ ਫਿਰ ਇਹਦੇ ਵਿੱਚ ਕੀ ਆ ਫਰਦਰ ਇਨਫੈਕਸ਼ਨ ਪ੍ਰੋਸੈਸ ਹੈ ਜਿਹੜਾ ਕੀ ਆ ਜੈਨੀਟਲ ਏਰੀਆ ਦੇ ਵਿੱਚ ਜ਼ਿਆਦਾ ਬਲੀਡਿੰਗ ਹੋਣ ਕਰਕੇ ਡਿਸਆਰਡਰ ਹੋਣ ਨਾਲ ਕੀ ਹੈ ਇਨਫੈਕਸ਼ਨ ਹੈ ਜਿਹੜਾ ਉਹ ਜ਼ਿਆਦਾ ਇਨਕਰੀਜ਼ ਹੋ ਸਕਦਾ। ਥੈਲਸੀਮੀਆ ਆਪਾਂ ਆਲਰੇਡੀ ਕੱਲ ਡਿਸਕਸ ਕੀਤਾ ਸੀਗਾ। ਥੈਲਸੀਮੀਆ ਦੇ ਵਿੱਚ ਕੀ ਹੈ ਨਾਰਮਲ ਹੀਮੋਲਾਈਸਿਸ ਹੈ ਜਿਹੜੀ ਉਹਦੀ ਅਬਨੋਰਮਲ ਗਰੋਥ ਹੈ ਜਿਹੜੀ ਉਹ ਬਣਦੀ ਹੈ ਜਿਹਦੇ ਕਰਕੇ ਕੀ ਹੈ ਪੇਸ਼ੈਂਟਸ ਨੂੰ ਪ੍ਰੈਗਨੈਂਸੀ ਦੇ ਉੱਤੇ ਥੈਲਸੀਮੀਆ ਵੀ ਅਫੈਕਟ ਕਰਦਾ। ਥੈਲਸੀਮੀਆ ਦੇ ਵਿੱਚ ਮੇਨਲੀ ਕੀ ਡਿਸਆਰਡਰ ਸੀਗਾ ਕਿ ਇਹਦੇ ਵਿੱਚ ਕੀ ਹੈ ਉਹ ਪ੍ਰੋਪਰਲੀ ਉਹਦੀ ਕੋਡਿੰਗ ਹੈ ਜਿਹੜੀ ਉਹ ਥਿਕਨਿੰਗ ਹੋਈ ਹੁੰਦੀ ਆ। risk for infection ਦਾ ਪੇਸ਼ੈਂਟ ਨੂੰ ਚਾਂਸ ਰਹਿੰਦੇ ਆ। avoid iron accumulation by using to the ਕੈਂਟਲਿੰਗ ਫੈਕਟਰ। ਹੁਣ ਇਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਪੇਸ਼ੈਂਟ ਨੂੰ ਆਇਰਨ ਥੈਰੇਪੀ ਦੇ ਰਹੇ ਹਾਂ ਤਾਂ ਉਹਦੀ ਪ੍ਰੋਪਰ ਡੋਜ਼ ਨਾ ਦੇਣੀ ਹੈ, ਪ੍ਰੋਪਰ ਕੈਲਕੂਲੇਸ਼ਨਸ ਨਾ ਹੋਣ ਕਰਕੇ ਕੈਟਲਿੰਗ ਥੈਰੇਪੀ ਦੇ ਥਰੂ ਕੀ ਹੈ ਫੈਕਟਰ ਕਿ ਅਸੀਂ ਉਹਨੂੰ ਆਇਰਨ ਵੀ ਦੇ ਰਹੇ ਹਾਂ ਤਾਂ ਜਿਹੜੀ ਆਇਰਨ ਦੀ ਅਕਮੂਲੇਸ਼ਨ ਆ ਉਹ ਸੈੱਲ ਸਟਰਕਚਰ ਏਰੀਆ ਤੇ ਹੋ ਜਾਏਗੀ ਜਿਹਦੇ ਕਰਕੇ ਸੈੱਲ ਸਟਰਕਚਰ ਏਰੀਆ ਜਿਹੜਾ ਉਹ ਥਿਕਨਿੰਗ ਹੋ ਜੂਗੀ। ਨੈਕਸਟ ਮੋਨੀਟਰ ਦਾ ਫੀਟਲ ਐਂਡ ਟੂ ਦਾ ਮੈਟਰਨਲ ਕੰਡੀਸ਼ਨ। ਇਸ ਕੰਡੀਸ਼ਨ ਦੇ ਵਿੱਚ ਵੀ ਕੀ ਆ ਫੀਟਲ ਐਂਡ ਮਦਰਸ ਨੇ ਜਿਹੜੇ ਉਹਨਾਂ ਨੂੰ ਰਿਸਕ ਫਾਰਮ ਦੇ ਉੱਤੇ ਕੀ ਹੈ ਇਨਫੈਕਸ਼ਨਸ ਹੋ ਸਕਦਾ। Folic acid deficiency anemia and megaloblastic anemia, it's already discussed. Folic acid is needed to increase the cell growth and both mother and the fetus, necessary in all body cell synthesis DNA ਜਿਹਦੇ ਵਿੱਚ ਕੀ ਆ DNA ਦੀ ਕੋਡਿੰਗ ਦੇ ਲਈ ਦੋਨਾਂ ਲਈ essential ਹੋਈ ਹੁੰਦੀ ਹੈ folic acid। occur as a result of inadequate intake, poor absorption, increasing use and poor cooking habits। like that result inadequate intake है ਜਿਹੜਾ folic acid ਦੀ ਅਸੀਂ properly consumptions नहीं हो रही ਜਾਂ ਫਿਰ ਜਿਹੜਾ ਕਿ body ਦੇ ਵਿੱਚ ਕੀ ਆ absorb नहीं हो ਰਿਹਾ। next is the increasing the use of poor cooking habits means कि excessive fry and shallow fry that
types of food, cooking style, burn the number of nutrients. Decrease folic associated with the decrease B2 vitamins ਜਦੋਂ folic cells ਜਿਹੜਾ ਕੀ ਹੈ folic acidic level reduce ਹੋ ਜਾਊਗਾ ਤਾਂ ਉਹਨੇ ਵਿਟਾਮਿਨਸ ਜਿਹੜੇ B12 ਨੇ ਉਹਦੀ absorptions ਨੂੰ reduce ਕਰ ਦੇਣਾ ਸੋ ਜਿਹਦੇ ਕਰਕੇ ਕੀ ਹੈ ਪੇਸ਼ੈਂਟਸ ਨੂੰ ਵਿਟਾਮਿਨਸ anemia ਜਿਹੜੀ deficiency ਉਹ develop ਹੋਊਗਾ during pregnancy. Decrease folic acid associated with the decreasing iron mainly. Iron ਇਹਦੇ ਨਾਲ ਕੀ ਹੈ consumptions ਨੂੰ reduce ਕਰ ਦਿੰਦਾ ਜਦੋਂ folic acids ਦੀ productions reduce ਹੁੰਦੀ ਆ. Occur in the last trimester during to increase the demand and decrease intake. ਇਹ ਜੇ ਉਦੋਂ last time ਦੇ ਵਿੱਚ mostly ਹੁੰਦਾ ਹੈ ਕਿ ਜਦੋਂ body ਦੇ ਵਿੱਚ ਉਸ ਦੀ demand ਔਰ ਜਿਹੜੀ ਕੀ ਹੈ ਜਿਹੜੀ ਆ ਵੱਧ ਜਾਂਦੀ ਆ ਤੇ ਜਿਹੜੀ intake ਆ ਉਹ decrease ਹੋ ਜਾਂਦੀ ਆ. Pernicious anemia. Pernicious anemias ਦੇ ਵਿੱਚ ਕੀ ਸੀਗਾ ਕਿ ਇਹਦੇ ਵਿੱਚ ਕੀ ਆ ਕਿ ਪੇਸ਼ੈਂਟਸ ਨੂੰ ਕਿ ਵੈਜੀਟੇਰੀਅਨਸ ਤੇ ਇਨਟੇਕ ਆ ਜਿਹੜੇ ਇਨਐਡਿਕੁਏਟਲੀ ਹੁੰਦਾ B12 ਡੈਫੀਸ਼ੀਐਂਸੀਜ਼ ਦਾ ਅਨੀਮੀਆ ਆ ਜਾਂਦਾ ਕਾਮਨਲੀ ਐਲਡਰਲੀ ਪਰਸਨ ਐਂਡ ਫੀਮੇਲਸ ਦੇ ਵਿੱਚ ਜ਼ਿਆਦਾ ਏਜ ਫੈਕਟਰਸ ਦੇ ਨਾਲ ਆਉਂਦਾ ਥੈਂਕ ਯੂ ਸਟੂਡੈਂਟਸ